कल की बैठक बारे ਜਿਹੜੇ ਤੁਹਾਡੇ ਅਹਿਮ ਫੈਸਲੇ ਹੋਇਆ ਉਹਨਾਂ ਬਾਰੇ ਸਾਨੂੰ ਜ਼ਰੂਰ ਦੱਸ ਦਿਓ। ਸਭ ਤੋਂ ਅਹਿਮ ਫੈਸਲਾ ਹੈਗਾ 6 ਮਾਰਚ ਨੂੰ ਜਿਹੜੀ KMP ਹੈ ਬਾਹਰਲਾ ਐਕਸਪ੍ਰੈਸ ਵੇ ਹੈ ਜਿਹੜਾ ਉਹਨੂੰ ਜਿਹੜਾ ਮੁਕੰਮਲ ਬੰਦ ਕਰਨ ਦਾ। ਉਹ ਤੇ ਕੋਈ ਆਵਾਜਾਈ ਨਹੀਂ ਹੋਊ, ਕੋਈ ਉੱਥੇ ਟ੍ਰੈਫਿਕ ਨਹੀਂ ਹੋਊ, ਕੋਈ ਵਹੀਕਲ ਨਹੀਂ ਹੋਊ। ਤੁਹਾਡੇ ਵੱਲੋਂ ਕੋਈ ਫੈਸਲਾ ਵੀ ਲਿਆ ਗਿਆ ਵੀ ਸਰਕਾਰ ਨਾਲ ਕੋਈ ਗੱਲਬਾਤ ਕਰਨੀ ਹੈ ਹੁਣ ਜਾਂ ਤੁਹਾਡੇ ਵੱਲੋਂ ਅੱਗੇ ਪਹਿਲ ਕੀਤੀ ਜਾਊਗੀ? ਜਿੰਨਾ ਚਿਰ ਉਹਦਾ ਅੰਦੋਲਨ ਦਾ ਪ੍ਰੈਸ਼ਰ ਨਹੀਂ ਬਣਦਾ ਸਰਕਾਰ ਤੇ, ਦਬਾਅ ਨਹੀਂ ਬਣਦਾ, ਦਬਾਅ ਵੱਧਦਾ ਨਹੀਂ, ਸਰਕਾਰ ਘਿਰਦੀ ਨਹੀਂ, ਉਹਨਾਂ ਚਿਰ ਲਈ ਗੱਲਬਾਤ ਨਹੀਂ ਸਕਦੀ। ਜੇ ਸਾਡਾ ਪ੍ਰੈਸ਼ਰ ਨਾ ਬਣੂਗੀ ਫਿਰ ਸਰਕਾਰ ਆਪ ਪ੍ਰੈਸ਼ਰ ਵਧਾਉਣਾ ਸ਼ੁਰੂ ਕਰ ਦੂਗੀ। ਸਰਕਾਰ ਵੱਲੋਂ ਜਿਹੜੇ 6 ਰਾਜਾਂ ਦੇ ਵਿੱਚ VOTING ਸ਼ੁਰੂ ਕੀਤੀ ਜਾ ਰਹੀ ਹੈਗੀ ਆ ਤਾਂ ਉਹ ਤੁਹਾਡਾ ਪ੍ਰੋਗਰਾਮ ਕਿਸ ਤਰ੍ਹਾਂ ਕੌਣ ਜਾਏਗਾ, ਕਿਸ ਤਰ੍ਹਾਂ ਉਲੀਕਾ ਜਾਏਗਾ? ਪ੍ਰਚਾਰ ਉਹਨਾਂ ਦਾ ਇਹ ਹੋਊਗਾ ਵੀ ਇਹ ਜਿਹੜਾ BJP ਨੂੰ ਸਜ਼ਾ ਦਿਓ, ਕਿਸਾਨ ਮਜ਼ਦੂਰ ਵਿਰੋਧੀ ਨੇ, ਇਸ ਕਰਕੇ ਇਹਨੂੰ ਸਜ਼ਾ ਦਿਓ ਇਹਨਾਂ ਨੂੰ। ਪਰ ਅਸੀਂ ਇਹ ਨਹੀਂ ਕਹਾਂਗੇ ਵੀ ਫਲਾਨੀ ਨੂੰ ਜਿਤਾਓ ਜਾਂ ਫਲਾਨੀ ਨੂੰ। ਮਨਜਿੰਦਰ ਸਿੰਘ ਸਿਰਸਾ ਹੀ ਹਮੇਸ਼ਾ ਉਹ ਨੌਜਵਾਨ ਜਿਹੜੇ ਬੰਦੀ ਸਿੰਘ ਬਾਹਰ ਆਉਂਦੇ ਨੇ ਤਿਹਾੜ ਜੇਲ੍ਹ 'ਚ ਉਹ ਖੜੇ ਪਾਏ ਜਾਂਦੇ ਨੇ, ਉਹਨਾਂ ਦਾ ਵਕੀਲ ਹੀ ਉੱਥੇ ਖੜਾ ਹੁੰਦਾ। ਪਬਲਿਸਿਟੀ ਦੀ ਖਾਤਰ ਸਾਡੇ ਵਕੀਲਾਂ ਨੇ ਘੱਟ ਧਿਆਨ ਦਿੱਤਾ। ਅਸੀਂ ਕਹਿੰਦੇ ਵੀ ਜਦੋਂ ਅਸੀਂ ਵਰਕ ਕੀਤਾ ਹੈ, ਅਸੀਂ ਮਿਹਨਤ ਕੀਤੀ ਹੈ ਬਰਾਬਰ ਦੀ, ਪੈਸਾ ਵੀ ਕੋਲੋਂ ਲਾਇਆ, ਕੋਈ ਉਹਨਾਂ ਤੋਂ ਜਿਹੜੇ ਨੌਜਵਾਨ ਜਾਂ ਕਿਸਾਨ ਅੰਦਰ ਗਏ ਉਹਨਾਂ ਤੋਂ ਪੈਸਾ ਨਹੀਂ ਲਿਆ ਕੋਈ, ਵੀ ਫਿਰ ਸਾਨੂੰ ਰਿਹਾਈ ਮੌਕੇ ਵੀ ਹਾਜ਼ਰੀ ਲਵਾਉਣੀ ਚਾਹੀਦੀ। पंजाब न्यूज़ देख रहे सारे ही देश के दर्शकों का मैं हरजीत कौर स्वागत करती हूं। दर्शकों, आप जी नूं पता है कि संयुक्त किसान मोर्चे वालों समय ते प्रोग्राम उलीके जाते हैं। कल की बैठक की गल करिए तो कल की बैठक के अहम फैसले जिहड़े कीते गए उस बारे गलबात करांगे। साडे नाल सुरजीत सिंह फूल जी संयुक्त किसान मोर्चा के आगू मौजूद है, इन्हां नाल गलबात करके सारी अपडेट जानांगे कि हुण दी संयुक्त किसान मोर्चे की की अपडेट है। वाहिगुरू जी का खालसा वाहिगुरू जी की फतेह जी। सुरजीत सिंह जी, पहला तो कल की बैठक बारे जिहड़े तुहाडे अहम फैसले होया उन्हां बारे सानूं जरूर दस दिओ। देखो जी, जिहड़ी कल संयुक्त किसान मोर्चे की मीटिंग हुई है ਉਹਦੇ ਵਿੱਚ ਸਭ ਤੋਂ ਅਹਿਮ ਫੈਸਲਾ ਹੈਗਾ ਜਿਹੜਾ 26 ਜਨਵਰੀ ਤੋਂ ਬਾਅਦ ਅਸੀਂ ਸਮਝਦੇ ਹਾਂ ਵੀ ਪਹਿਲੀ ਵਾਰ ਦਿੱਲੀ ਕੇਂਦਰਿਤ ਜਿਹੜਾ ਐਕਸ਼ਨ ਪ੍ਰੋਗਰਾਮ ਆਇਆ ਉਹ ਹੈਗਾ 6 ਮਾਰਚ ਨੂੰ ਜਿਹੜੀ KMP ਹੈ ਬਾਹਰਲਾ ਐਕਸਪ੍ਰੈਸ ਵੇ ਹੈ ਜਿਹੜਾ 400 ਕਿਲੋਮੀਟਰ ਦਾ ਰਾਉਂਡ ਹੈ ਉਹਦਾ ਘੇਰਾ ਹੈਗਾ, ਉਹਨੂੰ ਜਿਹੜਾ ਮੁਕੰਮਲ ਬੰਦ ਕਰਨ ਦਾ ਐਕਸ਼ਨ ਪ੍ਰੋਗਰਾਮ। ਜਿਹੜੇ ਪੁਲ ਜਾਂਦੇ ਉੱਪਰ ਉਹ ਸਾਰੇ ਬੰਦ ਹੋਣਗੇ ਉਸ ਟਾਈਮ? ਸਾਰੀ ਦੀ ਸਾਰੀ ਉੱਤੇ ਆਵਾਜਾਈ ਹੈ ਉਹ 11 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 4 ਵਜੇ ਤੱਕ ਉਸ ਤੇ ਸਾਰੇ ਦੇ ਸਾਰਾ ਜਿੰਨਾ ਵੀ ਰਾਉਂਡ ਹੈਗਾ ਉਹਦਾ ਜਿੰਨਾ ਘੇਰਾ ਹੈਗਾ ਉਹ ਤੇ ਕੋਈ ਆਵਾਜਾਈ ਨਹੀਂ ਹੋਊ, ਕੋਈ ਉੱਥੇ ਟ੍ਰੈਫਿਕ ਨਹੀਂ ਹੋਊ, ਕੋਈ ਵਹੀਕਲ ਨਹੀਂ ਹੋਊ। ਉੱਥੇ ਮੁਕੰਮਲ ਤੌਰ ਤੇ ਬੰਦ ਕੀਤਾ ਜੀ 5 ਘੰਟਿਆਂ ਵਾਸਤੇ ਜੀ, 11 ਵਜੇ ਤੋਂ ਲੈ ਕੇ 4 ਵਜੇ ਤੱਕ। ਹਾਂਜੀ, ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਹ ਕਿਉਂਕਿ ਸਾਨੂੰ ਮੀਡੀਆ ਵਾਲੇ ਵੀ ਜਿਹੜੇ ਆਮ ਲੋਕ ਵੀ ਨੌਜਵਾਨ ਵੀ ਇਹ ਵਾਰ-ਵਾਰ ਕਹਿ ਰਹੇ ਸੀ ਵੀ 26 ਤੋਂ ਬਾਅਦ ਤੁਸੀਂ ਦਿੱਲੀ ਕੇਂਦਰ ਤੇ ਕੋਈ ਐਕਸ਼ਨ ਪ੍ਰੋਗਰਾਮ ਦੇਣੇ ਬੰਦ ਕਰਤੇ, ਕੀ ਉਹ 26 ਵਾਲੀਆਂ ਘਟਨਾਵਾਂ ਤੋਂ ਡਰ ਗਏ ਤੁਸੀਂ? ਕੱਲ ਦੀ ਬੈਠਕ ਕੀਤੀ ਕਿ ਉਹਦੇ ਵਿੱਚ ਤੁਹਾਡੇ ਵੱਲੋਂ ਕੋਈ ਫੈਸਲਾ ਵੀ ਲਿਆ ਗਿਆ ਵੀ ਸਰਕਾਰ ਨਾਲ ਕੋਈ ਗੱਲਬਾਤ ਕਰਨੀ ਹੈ ਹੁਣ ਜਾਂ ਤੁਹਾਡੇ ਵੱਲੋਂ ਅੱਗੇ ਪਹਿਲ ਕੀਤੀ ਜਾਊਗੀ? ਦੇਖੋ ਜੀ, ਸਾਡੇ ਵੱਲੋਂ ਜੇ ਸਰਕਾਰ ਸੱਦਾ ਦੇਊਗੀ ਗੱਲਬਾਤ ਤਾਂ ਅਸੀਂ ਕਦੇ ਰੱਦ ਨਹੀਂ ਕੀਤਾ ਪਹਿਲਾਂ ਵੀ। ਜੇ ਸਰਕਾਰ ਹੁਣ ਸਰਕਾਰ ਨੇ ਬੰਦ ਕੀਤੀ ਹੈ ਗੱਲਬਾਤ, ਉਹ ਕਹਿੰਦੇ ਵੀ ਜਾਂ ਤਾਂ ਸਾਡੀ ਪ੍ਰਪੋਜ਼ਲ ਮੰਨੋ, ਜੇ ਤੁਸੀਂ ਪ੍ਰਪੋਜ਼ਲ ਸਾਡੀ ਨਹੀਂ ਮੰਨਦੇ 1.5 ਸਾਲ ਵਾਲੀ ਤਾਂ ਕੋਈ ਗੱਲਬਾਤ ਨਹੀਂ, ਕੋਈ ਗੱਲਬਾਤ ਨਹੀਂ। ਗੱਲਬਾਤ ਤੋਂ ਉਹਨਾਂ ਨੇ ਜਵਾਬ 22 ਜਨਵਰੀ ਨੂੰ ਜਵਾਬ ਦਿੱਤਾ ਜੀ, ਤੇ ਇਸ ਕਰਕੇ ਵੀ ਅਸੀਂ ਕਿਹਾ ਹੀ ਹੈ ਫਿਰ ਠੀਕ ਹੈ, ਜੇ ਗੱਲਬਾਤ ਨਹੀਂ ਤਾਂ ਫਿਰ ਅੰਦੋਲਨ ਤਾਂ ਹੋਊਗਾ। ਅੰਦੋਲਨ ਦਾ ਸਾਡਾ ਹੱਕ ਤਾਂ ਖੋ ਨਹੀਂ ਸਕਦੇ, ਇਹਨੂੰ ਅਸੀਂ ਵਿਸ਼ਾਲ ਘੇਰਾ ਵੀ ਵਿਸ਼ਾਲ ਕਰਾਂਗੇ, ਇਹਨੂੰ ਟਾਈਟ ਵੀ ਕਰਾਂਗੇ, ਸਖਤ ਵੀ ਕਰਾਂਗੇ, ਤੇ ਜੇ ਹੁਣ ਦੁਬਾਰੇ ਸੱਦੂਗੀ ਤੇ ਅਸੀਂ ਜਾਵਾਂਗੇ। ਪਰ ਇਹ ਵੇਖਿਆ ਅਸੀਂ ਵੀ ਜਿੱਦਾਂ ਪਹਿਲੀ ਵਾਰ ਗੱਲਬਾਤ ਹੋਈ ਨਾ, ਪਹਿਲੀ ਮੀਟਿੰਗ ਹੋਈ ਹੈ ਮੰਤਰੀਆਂ ਨਾਲ ਸਾਡੀ, ਉਹ ਸ਼ਾਇਦ ਅਕਤੂਬਰ ਮਹੀਨੇ ਦੇ ਵਿੱਚ ਹੋਈ ਸੀ, ਦੀਵਾਲੀ ਤੋਂ 1 ਦਿਨ ਪਹਿਲਾਂ। ਉਸ ਦਿਨ ਵੀ ਉਦੋਂ ਉਹਨਾਂ ਨੇ ਸੱਦਿਆ, ਗੌਰ ਕੀਤੀ ਸੀ ਸਾਨੂੰ, ਜਦੋਂ ਕਿ ਪੰਜਾਬ ਦੇ ਵਿੱਚ ਲਗਾਤਾਰ ਟ੍ਰੇਨਾਂ ਬੰਦ ਹੋ ਗਈਆਂ ਸੀਗੀਆਂ, ਲਗਾਤਾਰ ਟੋਲ ਪਲਾਜ਼ੇ ਬੰਦ ਹੋ ਗਏ, ਮਾਲਜ ਬੰਦ ਹੋ ਗਏ, BJP ਦੇ ਲੀਡਰਾਂ ਦੇ ਘਰਾਓ ਹੋਣਾ ਸ਼ੁਰੂ ਹੋ ਗਏ। ਜਦੋਂ ਪ੍ਰੈਸ਼ਰ ਬਣਿਆ ਫਿਰ ਉਹਨਾਂ ਨੇ ਗੱਲਬਾਤ ਲਈ ਸੱਦਿਆ। ਇਸ ਕਰਕੇ ਗੱਲਬਾਤ ਲਈ ਕੋਈ ਵੀ ਤਬਕਾ ਹੈਗਾ ਜਿੰਨਾ ਚਿਰ ਉਹਦਾ ਅੰਦੋਲਨ ਦਾ ਪ੍ਰੈਸ਼ਰ ਨਹੀਂ ਬਣਦਾ ਸਰਕਾਰ ਤੇ, ਦਬਾਅ ਨਹੀਂ ਬਣਦਾ, ਦਬਾਅ ਵੱਧਦਾ ਨਹੀਂ, ਸਰਕਾਰ ਘਿਰਦੀ ਨਹੀਂ, ਉਹਨਾਂ ਚਿਰ ਲਈ ਗੱਲਬਾਤ ਲੈ ਨਹੀਂ ਸਕਦੀ। ਹੁਣ ਵੀ ਤਾਂ ਸੱਦੂਗੀ ਜਦੋਂ ਸਾਡਾ ਆਉਣ ਵਾਲੇ ਦਿਨਾਂ 'ਚ ਪ੍ਰੈਸ਼ਰ ਵਧੂਗਾ, ਭਾਵੇਂ ਉਹ ਦੂਜੀਆਂ ਸਟੇਟਾਂ 'ਚ ਜਿਹੜੀਆਂ ਕਾਨਫਰੰਸਾਂ ਹੋ ਰਹੀਆਂ ਨੇ, ਦੂਰ ਦਰਾਡੇ ਵਾਲੀਆਂ ਸਟੇਟਾਂ 'ਚ ਮਹਾ ਪੰਚਾਇਤਾਂ ਹੋ ਰਹੀਆਂ ਨੇ, ਵੱਡੀਆਂ ਕਾਨਫਰੰਸਾਂ ਹੋ ਰਹੀਆਂ, ਭਾਵੇਂ ਉਹਦੇ ਕਰਕੇ, ਭਾਵੇਂ ਚੋਣਾਂ 'ਚ ਇਹਨਾਂ ਨੂੰ ਸਜ਼ਾ ਮਿਲਣ ਕਰਕੇ, ਭਾਵੇਂ ਇੱਥੇ ਦਿੱਲੀ ਦੇ ਵਿੱਚ ਦਿੱਲੀ ਦਾ ਜਿਹੜਾ ਹੈਗਾ KMP ਜਾਮ ਹੁੰਦਾ ਜਾਂ ਕੋਈ ਹੋਰ ਦਿੱਲੀ ਦਾ ਐਕਸ਼ਨ ਆਉਂਦਾ ਕੋਈ, ਭਾਵੇਂ ਉਹਦੇ ਕਰਕੇ ਜਦੋਂ ਪ੍ਰੈਸ਼ਰ ਬਣੂਗਾ ਫਿਰ ਉਹਨਾਂ ਨੇ ਗੱਲਬਾਤ ਲਈ ਸੱਦਣਾ। ਜੇ ਪ੍ਰੈਸ਼ਰ ਨਹੀਂ ਬਣਦਾ ਫਿਰ ਤਾਂ ਸਰਕਾਰ ਆਪ ਪ੍ਰੈਸ਼ਰ ਵਧਾਉਣਾ, ਜੇ ਸਾਡਾ ਪ੍ਰੈਸ਼ਰ ਨਾ ਬਣੂਗੀ ਫਿਰ ਸਰਕਾਰ ਆਪ ਪ੍ਰੈਸ਼ਰ ਵਧਾਉਣਾ ਸ਼ੁਰੂ ਕਰ ਦੂਗੀ, ਫਿਰ ਗੱਲਬਾਤ ਲਈ ਨਹੀਂ ਸੱਦੂਗੀ।
ਤੁਸੀਂ ਦੇਖਿਆ ਕਿ ਹੁਣ ਸਰਕਾਰ ਵੱਲੋਂ ਜਿਹੜੇ 6 ਰਾਜਾਂ ਦੇ ਵਿੱਚ VOTING ਸ਼ੁਰੂ ਕੀਤੀ ਜਾ ਰਹੀ ਹੈਗੀ ਆ, ਤਾਂ ਤੁਹਾਡੇ ਵੱਲੋਂ ਕਿਹੜੇ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ? ਅਸੀਂ ਦੇਖਿਆ ਕਿ ਤੁਸੀਂ ਇਹ ਵੀ ਗੱਲ ਕਹੀ ਹੈ ਕਿ ਅਸੀਂ ਉਹ ਰਾਜਾਂ ਦੇ ਵਿੱਚ ਜਾ ਕੇ ਪ੍ਰਚਾਰ ਪ੍ਰਸਾਰ ਸ਼ੁਰੂ ਕਰਾਂਗੇ ਇਸ ਕਿਸਾਨੀ ਅੰਦੋਲਨ ਦੇ ਜੇ ਆਪਾਂ ਕਹਿੰਦੇ ਰਿਲੇਟਡ, ਤਾਂ ਉਹ ਤੁਹਾਡਾ ਪ੍ਰੋਗਰਾਮ ਕਿਸ ਤਰ੍ਹਾਂ, ਕੌਣ ਜਾਏਗਾ, ਕਿਸ ਤਰ੍ਹਾਂ ਉਲੀਕਿਆ ਜਾਏਗਾ? ਦੇਖੋ ਜੀ, ਇਹ 5 ਰਾਜਾਂ 'ਚ ਹੈ, 6 ਰਾਜਾਂ 'ਚ ਨਹੀਂ। 5 ਰਾਜਾਂ 'ਚ ਅਸੀਂ ਫੈਸਲਾ ਕੀਤਾ ਕੱਲ੍ਹ 'ਚ ਵੀ ਟੀਮਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਟੀਮਾਂ ਜਾਣਗੀਆਂ, ਪਰ ਉਹ ਟੀਮਾਂ ਜਾ ਕੇ ਉਹ ਕਿਸੇ ਪਾਰਟੀ ਦਾ ਸਮਰਥਨ ਕਰਨ ਨਹੀਂ ਜਾਣਗੀਆਂ ਵੀ ਫਲਾਨੀ ਪਾਰਟੀ ਨੂੰ ਵੋਟ ਪਾਓ, ਫਲਾਨੀ ਨੂੰ ਕਾਮਯਾਬ ਕਰੋ, ਫਲਾਨੀ ਦੀ ਜਿੱਤ ਤੁਹਾਡੀ ਜਿੱਤ ਹੈ। ਕਿਉਂਕਿ ਜਿਹੜਾ ਮੋਰਚਾ ਹੈ ਇਹ ਦੇ ਮੁਕਾਬਲੇ ਕਿਸੇ ਇੱਕ ਪਾਰਟੀ ਦੀ ਸਪੋਰਟ ਕਰਨਾ, ਇਹਦੀ ਇੱਕ ਪਾਰਟੀ ਦੀ ਪੂਛ ਬਣਨਾ, ਇਹਦਾ ਕੱਦ ਘਟਾਉਣ ਵਾਲੀ ਗੱਲ ਹੋਊਗੀ। ਇਸ ਕਰਕੇ ਅਸੀਂ, ਪਰ ਇੱਕ ਗੱਲ ਅਸੀਂ ਜਿਹੜੀਆਂ ਤੁਸੀਂ ਕਹੋਗੇ ਵੀ ਫਿਰ ਉਹ ਟੀਮਾਂ ਪ੍ਰਚਾਰ ਕੀ ਕਰਨਗੀਆਂ, ਜਿੱਥੇ ਵੀ ਇਕੱਠ ਕਰਨਗੀਆਂ ਉਹ ਪ੍ਰਚਾਰ ਉਹਨਾਂ ਦਾ ਇਹ ਹੋਊਗਾ ਵੀ ਇਹ ਜਿਹੜਾ ਸਰਕਾਰ ਨੇ ਜਿੰਨੇ 6 ਸਾਲਾਂ ਦੇ ਵਿੱਚ ਇਹਦੀ ਕਾਰਗੁਜ਼ਾਰੀ ਹੈਗੀ ਹੈ, ਜਾਂ ਜਿਹੜੇ ਇਹਨਾਂ ਨੇ ਖਾਸ ਕਰਕੇ ਬਿੱਲ ਲੈ ਕੇ, ਕਾਨੂੰਨ ਲੈ ਕੇ ਆਏ ਨੇ, ਭਾਵੇਂ ਤਾਂ ਉਹ ਮਜ਼ਦੂਰਾਂ ਦੀ ਜਿਹੜੀ ਵੇਜ ਨਾਲ, ਉਜਰਤ ਨਾਲ, ਉਹਨਾਂ ਦੀ ਦਿਹਾੜੀ ਮਜ਼ਦੂਰੀ ਨਾਲ ਸੰਬੰਧਿਤ ਕਾਨੂੰਨ ਹੈ, ਭਾਵੇਂ ਉਹ ਕਿਸਾਨਾਂ ਨੇ ਵਿਰੋਧੀ ਇਹ ਤਿੰਨੇ ਕਾਲੇ ਕਾਨੂੰਨ ਹੈ, ਜਾਂ ਜਿਹੜੇ ਕੋਈ ਪੱਖੀ ਕਾਨੂੰਨ ਸੀਗੇ ਪਹਿਲਾਂ, ਕੋਈ ਮਜ਼ਦੂਰਾਂ ਦੀ ਜਿਹੜੀ ਉਹਨਾਂ ਦੀ ਸੁਰੱਖਿਆ ਦੇ ਸੰਬੰਧ ਸੀਗੇ ਵੀ ਫੈਕਟਰੀਆਂ ਵਾਲੇ ਜਾਂ ਵੱਡੇ ਮਾਲਕ ਉਹਨਾਂ ਦੀ ਲੁੱਟ ਨਾ ਕਰ ਸਕਣ, ਉਹਨਾਂ ਦੀ ਸੁਰੱਖਿਆ ਦੀ ਖਾਤਰ ਜਿਹੜੇ ਲੇਬਰ ਕਾਨੂੰਨ ਸੀ ਉਹ ਉਹਨਾਂ ਨੇ ਸਾਰੇ ਦੇ ਸਾਰੇ ਇੱਕੋ ਝਟਕੇ ਨਾਲ ਖਤਮ ਕਰਤੇ। 39 ਕਾਨੂੰਨ ਇੱਕੇ ਝਟਕੇ ਨਾਲ ਖਤਮ ਕੀਤੇ ਆ। ਅਸੀਂ ਕਹਾਂਗੇ ਵੀ ਇਹ ਜਿਹੜਾ BJP ਦਾ ਹੈਗਾ, ਇਹ ਕਿਸਾਨ ਜਿਹੜੇ ਕਿਰਤੀ ਵਰਗ ਹੈਗੇ ਆ, ਕਿਸਾਨ ਮਜ਼ਦੂਰ ਆ ਜਾਂ ਹੋਰ ਕਿਰਤੀ ਵਰਗ ਹੈ, ਉਹਨਾਂ ਦੇ ਆਸਰੇ ਦੇਸ਼ ਚੱਲਦਾ, ਉਹਨਾਂ ਦੀ ਮਿਹਨਤ ਦੇ ਆਸਰੇ ਵਿਕਾਸ ਕਰਦਾ ਦੇਸ਼, ਵੀ ਇਹਨਾਂ ਨੂੰ ਕਿਸਾਨ ਮਜ਼ਦੂਰ ਵਿਰੋਧੀ ਨੇ, ਇਸ ਕਰਕੇ ਇਹਨੂੰ ਸਜ਼ਾ ਦਿਓ, ਇਹਨਾਂ ਨੂੰ BJP ਨੂੰ ਸਜ਼ਾ ਦਿਓ। ਪਰ ਅਸੀਂ ਇਹ ਨਹੀਂ ਕਹਾਂਗੇ ਵੀ ਫਲਾਨੀ ਨੂੰ ਜਿਤਾਓ ਜਾਂ ਫਲਾਨੀ ਨੂੰ। ਤੁਸੀਂ ਕਿਸਾਨੀ ਅੰਦੋਲਨ ਦਾ ਹੀ ਪ੍ਰਚਾਰ ਕਰਨਾ ਹੈ? ਕਿਸਾਨੀ ਅੰਦੋਲਨ ਦਾ ਜਾਂ ਜਿਹੜਾ ਇਹਦਾ ਕਿਰਦਾਰ ਹੈਗਾ ਜਿਹੜਾ BJP ਦਾ, ਕਿਸਾਨ ਵਿਰੋਧੀ, ਲੋਕ ਮਜ਼ਦੂਰ ਵਿਰੋਧੀ, ਉਹਦਾ ਪ੍ਰਚਾਰ ਕਰਾਂਗੇ। ਤੇ ਨਾਲ ਇਹ ਕਹਾਂਗੇ ਵੀ ਇਹਨੂੰ ਤੁਸੀਂ ਸਜ਼ਾ ਦਿਓ, ਚੋਣਾਂ ਦੇ ਵਿੱਚ ਇਹਨਾਂ ਨੂੰ ਸੱਟ ਮਾਰੋ ਇਹਨਾਂ ਦੇ ਜੀ। ਜਿੱਥੇ ਤੁਸੀਂ ਇਹ ਪ੍ਰੋਗਰਾਮ ਉਲੀਕਿਆ ਕਿ 5 ਰਾਜਾਂ ਦੇ ਵਿੱਚ ਜਾ ਕੇ ਅਸੀਂ ਪ੍ਰਚਾਰ ਪ੍ਰਸਾਰ ਕਰਨਾ ਹੈਗਾ, ਕਿ 8 ਤਰੀਕ ਦਾ ਪ੍ਰੋਗਰਾਮ ਵੀ ਤੁਹਾਡੇ ਵੱਲੋਂ ਕੋਈ ਉਲੀਕਿਆ ਗਿਆ ਜਿੱਥੇ ਮਹਿਲਾ ਦਿਵਸ ਮਨਾਉਣ ਦੀ ਗੱਲ ਕੀਤੀ ਜਾ ਰਹੀ ਹੈ, ਮਹਾਪੰਚਾਇਤ ਜਿਹੜੀ ਹੈ ਕਿ ਔਰਤਾਂ ਵੱਲੋਂ ਕੀਤੀ ਜਾਏਗੀ, ਤੁਹਾਡੇ ਵੱਲੋਂ ਵੀ ਕੋਈ ਪ੍ਰੋਗਰਾਮ ਦਿੱਤਾ ਗਿਆ? ਦੇਖੋ ਜੀ, 8 ਤਰੀਕ ਦਾ ਅਸੀਂ ਮਹਿਲਾ, ਕਿਉਂਕਿ ਉਹ ਜਿਹੜਾ ਦਿਵਸ ਹੈ ਜਿਹੜਾ 8 ਮਾਰਚ ਹੈ, ਇਹ ਦੁਨੀਆ ਪੱਧਰ ਤੇ ਇੱਕ ਕੌਮਾਂਤਰੀ ਔਰਤ ਦਿਵਸ ਦੇ ਤੌਰ ਤੇ, ਔਰਤ ਦਿਹਾੜੇ ਦੇ ਤੌਰ ਤੇ ਮਨਾਇਆ ਜਾਂਦਾ। ਮਨਾਉਣ ਦਾ ਭਾਵ ਇਹ ਹੈਗਾ ਵੀ ਜਿਹੜੀ ਔਰਤਾਂ ਦੀ ਜਿਹੜੀ ਆਪਾਂ ਕਹਿੰਦੇ ਵੀ ਅੱਧੀ ਧਰਤੀ ਦੀ, ਅੱਧੀ ਆਬਾਦੀ ਦੀ, ਅੱਧੇ ਸਮਾਨ ਦੀ ਮਾਲਕ ਦਾ, ਕਹਿਣ ਦਾ ਭਾਵ ਇਹ ਹੈਗਾ ਵੀ ਕੁੱਲ ਆਬਾਦੀ ਦਾ ਅੱਧਾ ਹੈ ਉਹ। ਜੇ 7 ਅਰਬ ਦੀ ਆਬਾਦੀ ਹੈਗੀ ਹੈ ਦੁਨੀਆ ਦੀ, ਤਾਂ ਸਮਝ ਲਓ ਵੀ ਸਾਰੀ ਦੁਨੀਆ ਦੇ ਵਿੱਚ 3.5 ਅਰਬ 350 ਕਰੋੜ ਔਰਤਾਂ ਦੀ ਆਬਾਦੀ ਹੈ। 350 ਕਰੋੜ ਔਰਤਾਂ ਦਾ ਐਡਾ ਵੱਡਾ ਜਿਹੜਾ ਸਮਾਜ ਹੈ, ਉਹਦਾ ਇਸ ਸਮਾਜ ਦੇ ਵਿੱਚ, ਸਮਾਜ ਦੀ ਤਰੱਕੀ ਦੇ ਵਿੱਚ ਕੀ ਰੋਲ ਹੈ, ਕੀ ਉਹਦੀਆਂ ਉਹ ਰੋਲ ਨਿਭਾਉਣ ਦੇ ਵਿੱਚ ਉਹਦੀਆਂ ਕੀ ਸਮੱਸਿਆਵਾਂ ਨੇ, ਇਹਨਾਂ ਤੇ ਸਾਰੀਆਂ ਉਹਦੇ ਵਿਚਾਰਾਂ ਏਜੰਡਾ ਇਹੀ ਹੁੰਦਾ 8 ਮਾਰਚ ਵਾਲੇ ਦਿਨ। ਕਿ ਉਸ ਦਿਨ ਫਿਰ ਇਹ ਸਟੇਜ ਵੀ ਸਾਰੀ ਔਰਤਾਂ ਵੱਲੋਂ ਸਾਂਭੀ ਜਾਏਗੀ? ਅਸੀਂ ਉਸ ਦਿਨ ਸਟੇਜ ਨੂੰ ਕੱਲੀਆਂ ਔਰਤਾਂ ਨੂੰ ਸੰਭਾਵਾਂਗੇ ਨਹੀਂ, ਔਰਤਾਂ ਦਾ ਜਿਹੜਾ ਇਤਿਹਾਸ 'ਚ ਕੀ ਰੋਲ ਰਿਹਾ ਤੇ ਹੋਣ ਵਾਲੇ ਮੋਰਚੇ 'ਚ ਕੀ ਰੋਲ ਅਦਾ ਕਰ ਸਕਦੀਆਂ ਨੇ, ਇਹਨਾਂ ਤੇ ਜਿਹੜੀਆਂ ਵਿਚਾਰਾਂ ਹੋਣਗੀਆਂ, ਤੇ ਨਾਲ ਦੱਸਾਂਗੇ ਅਸੀਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਔਰਤਾਂ, ਇਹਦਾ ਸਰਕਾਰ ਤਾਂ ਕਹਿੰਦੇ ਆ ਨਾ ਵੀ ਔਰਤਾਂ ਨੂੰ ਤੁਸੀਂ ਕਿਉਂ ਬਹਾਇਆ ਵਿੱਚ, ਬਿਰਧਾਂ ਨੂੰ, ਬੱਚਿਆਂ ਨੂੰ, ਔਰਤਾਂ ਨੂੰ ਘਰਾਂ ਨੂੰ ਭੇਜ ਦਿਓ, ਪਰ ਅਸੀਂ ਉੱਤੇ ਦਿਖਾਵਾਂਗੇ ਵੀ ਔਰਤਾਂ ਵੀ ਕੋਈ ਪੁਰਸ਼ਾਂ ਨਾਲੋਂ, ਮਰਦਾਂ ਨਾਲੋਂ ਕੋਈ ਘੱਟ ਕਮਜ਼ੋਰ ਨਹੀਂ, ਕੋਈ ਉਹ ਅਵਲਾ ਨਹੀਂ। ਸਾਡਾ ਇਤਿਹਾਸ ਦਿਖਾਉਂਦਾ, ਖਾਸ ਸਾਡਾ ਪੰਜਾਬ ਦਾ ਇਤਿਹਾਸ ਮਾਈ ਭਾਗੋ ਦਾ ਇਤਿਹਾਸ ਹੈ। ਇਸ ਕਰਕੇ ਇਹ ਵੀ ਆਉਣ ਵਾਲੇ ਅੰਦੋਲਨ ਦੇ ਵਿੱਚ, ਭਾਵੇਂ ਉਹ ਪੈਦਲ ਕੂਚ ਵਾਲਾ ਹੋਵੇ ਸੰਸਦ ਵੱਲ, ਭਾਵੇਂ ਕੋਈ ਦਿੱਲੀ ਦੇ 4 ਚੁਫੇਰੇ ਘਰਾਉਦਾ ਹੋਵੇ, ਭਾਵੇਂ KMP ਦਾ ਘਰਾਉਦਾ ਹੋਵੇ, ਤਾਂ ਇਹ ਔਰਤਾਂ ਵੀ ਬਰਾਬਰ ਗਿਣਤੀ ਦੇ ਵਿੱਚ ਉਹਦੇ ਪਰਨ ਕਰਨਗੀਆਂ ਵੀ ਜਿੰਨੇ ਮਰਦਾਂ ਦੀ ਗਿਣਤੀ ਹੋਊਗੀ ਉਨੇ ਹੁਣ, ਭਾਵੇਂ ਗਿਣਤੀ ਘੱਟ ਹੈ ਔਰਤਾਂ ਦੀ, ਲਗਭਗ ਅੱਧ ਨਾਲੋਂ ਵੀ ਘੱਟ ਹੈ, ਪਰ ਇਹ ਉੱਤੇ ਪਰਨ ਕਰਨਗੀਆਂ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਗਿਣਤੀ, ਜੇ ਟੋਟਲ ਆਬਾਦੀ 'ਚ ਸਾਡੀ ਅੱਧੀ ਹੈਗੀ ਆ, ਤਾਂ ਅਸੀਂ ਅੰਦੋਲਨ ਦੇ ਵਿੱਚ ਵੀ ਅੱਧੀ ਗਿਣਤੀ ਕਰਾਂਗੇ। ਇਹ ਪਰਨ ਉੱਥੇ ਕੀਤਾ ਜਾਊਗਾ ਉਹਦੇ। ਸੁਰਜੀਤ ਸਿੰਘ ਫੂਲ ਜੀ, ਅਸੀਂ ਦੇਖ ਰਹੇ ਹਾਂ ਕਿ ਇੱਕ ਲੀਗਲ ਅਸੀਂ ਕਹਿੰਦੇ ਪੈਨਲ ਬਣਾਇਆ ਗਿਆ, ਉਹ ਵਕੀਲਾਂ ਦਾ ਜਿਹੜੇ ਕਿ ਨੌਜਵਾਨਾਂ ਨੂੰ ਰਿਹਾ ਕਰਵਾਉਣ ਦੇ ਵਿੱਚ ਸਹਾਈ ਹੋਣਗੇ, ਹੈ ਨਾ? ਤੁਹਾਡੇ ਵੱਲੋਂ ਪੈਨਲ ਬਣਾਇਆ ਗਿਆ ਕਿ ਉਹ ਵਕੀਲ ਜਦੋਂ ਨੌਜਵਾਨ ਰਿਹਾ ਹੁੰਦੇ ਨੇ ਉੱਥੇ ਜਾ ਕੇ ਉਹਨਾਂ ਦੀ ਜਿਸ ਤਰ੍ਹਾਂ ਆਪਾਂ ਜ਼ਮਾਨਤ ਜਾਂ ਰਿਹਾਈ ਦੀ ਜਾ ਕੇ ਪੂਰੀ ਇੱਕ ਆਪਾਂ ਫਾਈਲ ਕਹਿੰਦੇ ਕਿ ਉਹ ਸਬਮਿਟ ਕਰਦੇ ਨੇ, ਉਹਨਾਂ ਨੂੰ ਰਿਹਾ ਕਰਵਾਉਣ ਲਈ ਉੱਥੇ ਜਾਂਦੇ ਨੇ? ਦੇਖੋ ਜੀ, ਜਿਹੜਾ ਸਾਡਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੈਨਲ ਬਣਾਇਆ ਵਕੀਲਾਂ ਦਾ, ਲੀਗਲ ਪੈਨਲ, ਉਹ ਜਾਂਦਾ ਹੈ ਸਾਰੀ, ਉਹ ਜਿਹੜੀ ਉਹਦੀ ਕੋਈ ਮਤਲਬ ਵਕਾਲਤਨਾਮੇ ਲੈ ਕੇ ਜਿਹੜੀ ਉਹਦੀ ਜ਼ਮਾਨਤ ਕਰਾਉਣ ਦੀ ਖਾਤਰ ਉੱਥੇ ਤਰੀਕ ਲੱਗਦੀ ਹੈ, ਉਦੋਂ ਪਹਿਲਾਂ ਉਹਨਾਂ ਦੀ ਤਰੀਕ ਤੇ ਫਿਰ ਬਹਿਸ ਹੁੰਦੀ ਹੈ, ਉਦੋਂ ਬਾਅਦ ਉਹਦੀ ਜਦੋਂ ਤਰੀਕ ਜ਼ਮਾਨਤ ਮਨਜ਼ੂਰ ਵੀ ਹੋ ਜਾਂਦੀ ਹੈ,
ਫਿਰ ਉਹਨਾਂ ਦਾ ਸਾਰਾ ਪ੍ਰੋਸੈਸ ਹੁੰਦਾ ਉਹਦਾ ਰਿਹਾ ਕਰਾਉਣ ਦਾ, ਉਹਦੀ ਸਾਰੀ ਬੇਲ ਜਿਹੜੀ ਬਾਉਂਡ ਤੇ ਉਹਨੂੰ ਜਿਹੜਾ ਛੱਡਿਆ ਜਾਂਦਾ, ਉਹ ਸਾਰੇ ਦਾ ਸਾਰਾ ਪ੍ਰੋਸੈਸ ਦੇ ਵਿੱਚ ਜਿਹੜਾ ਪੈਨਲ ਹੈ ਸਾਡਾ ਜਿਹੜਾ ਵਕੀਲਾਂ ਦਾ ਪੂਰਾ ਕਰਦਾ ਕੰਮ ਕਰਦਾ ਉਹ। ਫੂਲ ਜੀ ਫਿਰ ਇਦਾਂ ਅਸੀਂ ਕਈ ਵਾਰ ਵੀਡੀਓ 'ਚ ਦੇਖਦੇ ਹਾਂ ਕਿ ਮਨਜਿੰਦਰ ਸਿੰਘ ਸਿਰਸਾ ਹੀ ਹਮੇਸ਼ਾ ਉਹ ਨੌਜਵਾਨ ਜਿਹੜੇ ਬੰਦੀ ਸਿੰਘ ਬਾਹਰ ਆਉਂਦੇ ਨੇ ਤਿਹਾੜ ਜੇਲ੍ਹ 'ਚ, ਉਹ ਖੜੇ ਪਾਏ ਜਾਂਦੇ ਨੇ, ਉਹਨਾਂ ਦਾ ਵਕੀਲ ਹੀ ਉੱਥੇ ਖੜਾ ਹੁੰਦਾ। ਸਾਡੇ ਵੱਲੋਂ ਕੋਈ ਵੀ ਵਕੀਲ ਉੱਥੇ ਜਾ ਕੇ ਆਪਣੀ ਹਾਜ਼ਰੀ ਵੀ ਨਹੀਂ ਲਵਾ ਰਿਹਾ। ਅਸੀਂ ਜਦੋਂ, ਕਿਉਂਕਿ ਤੁਸੀਂ ਦੇਖਦੇ ਹੋ ਕਿ ਵੀਡੀਓ ਨਸ਼ਰ ਹੁੰਦੀ ਆ, ਇੱਥੋਂ ਤੱਕ ਕਿ ਕਈ ਪੱਤਰਕਾਰ ਉੱਥੇ ਜਾ ਕੇ ਪੀਸੀ ਕਰਦੇ ਨੇ ਉਹਨਾਂ ਨੌਜਵਾਨਾਂ ਨਾਲ ਜਿਹੜੇ ਬਾਹਰ ਆਉਂਦੇ ਨੇ, ਤਾਂ ਮਨਜਿੰਦਰ ਸਿੰਘ ਸਿਰਸਾ ਹੀ ਨਾਲ ਦਿਖਦੇ ਨੇ। ਹਾਂ, ਇਹ ਗੱਲ ਤੁਹਾਡੀ ਠੀਕ ਹੈ ਵੀ ਜਦੋਂ ਉਸ ਤੋਂ ਬਾਅਦ ਸਾਰਾ ਪ੍ਰੋਸੈਸ ਉਹਨਾਂ ਦਾ ਪੂਰਾ ਹੋ ਜਾਂਦਾ, ਉਹਨਾਂ ਦੀ ਬੇਲ ਭਰੀ ਜਾਂਦੀ ਹੈ, ਜ਼ਮਾਨਤ ਉਹਨਾਂ ਦੀ ਭਰੀ ਜਾਂਦੀ ਹੈ, ਉਸ ਤੋਂ ਬਾਅਦ ਰਿਹਾ ਹੋਣਾ ਹੁੰਦਾ। ਰਿਹਾ ਕਰਾਉਣ ਵੇਲੇ ਜਿਹੜਾ ਵਕੀਲਾਂ ਦੇ ਨਾਲ ਇਹ ਠੀਕ ਹੈ ਵੀ ਇੱਧਰਲੇ ਵਕੀਲਾਂ ਦੀ ਹਾਜ਼ਰੀ ਘੱਟ ਦਿਸੀ ਹੈ, ਉਹ ਚਲ ਉਹ ਵੀ ਇੱਕ ਹੈ ਜੀ, ਤਕਰੀਬਨ ਕੋਈ ਦੇਖਿਆ ਹੀ ਨਹੀਂ ਜਾ ਰਿਹਾ ਉੱਥੇ। ਨਹੀਂ ਐਂ ਤਾਂ ਨਹੀਂ ਵੀ ਗਏ ਹੋਣੇ ਨੇ, ਇੱਕ ਗਏ ਵੀ ਹੈਗੇ, ਪਰ ਉਹਨਾਂ ਦੇ ਮੁਕਾਬਲੇ ਜਿਹੜੇ ਦੂਜੇ ਮਨਜਿੰਦਰ ਸਿੰਘ ਸਿਰਸੇ ਹੁਰਗਿਆਂ ਦੀ ਜਿਹੜੀ ਹਾਜ਼ਰੀ ਆ ਉੱਥੇ ਰਿਹਾਈ ਮੌਕੇ ਜਿਹੜਾ ਉਹਨਾਂ ਦਾ ਬਾਹਰ ਉਹਨਾਂ ਨੂੰ ਹਾਰ ਪਾ ਕੇ ਸਨਮਾਨਿਤ ਕਰਨਾ, ਉਹ ਅਸੀਂ ਸਮਝਦੇ ਹਾਂ ਵੀ ਜਿਹੜਾ ਵੱਡਾ ਕੰਮ ਤਾਂ ਉਹਨਾਂ ਨੂੰ ਸਾਰੀ ਲੀਗਲ ਲੜਾਈ ਲੜ ਕੇ ਜਿਹੜੀ ਉਹਨਾਂ ਨੂੰ ਜ਼ਮਾਨਤ ਭਰ ਕੇ ਉਹਨਾਂ ਦੀ ਭਰਵਾ ਕੇ ਉਹਨਾਂ ਨੂੰ ਬਾਹਰ ਲਿਆਉਣਾ, ਉਦੋਂ ਤੱਕ ਦਾ ਸਾਰਾ ਕੰਮ ਤਾਂ ਉਹ ਹੁੰਦਾ। ਉਦੋਂ ਗਾ ਇਹ ਠੀਕ ਹੈ ਵੀ ਪਬਲਿਸਿਟੀ ਦੀ ਖਾਤਰ ਸਾਡੇ ਵਕੀਲਾਂ ਨੇ ਘੱਟ ਧਿਆਨ ਦਿੱਤਾ, ਉਹ ਹੁੰਦੀ ਆ ਪਬਲਿਸਿਟੀ ਮੀਡੀਆ 'ਚ ਪ੍ਰੈਸ ਦੇ ਵਿੱਚ। ਅਸੀਂ ਕਹਿੰਦੇ ਵੀ ਜਦੋਂ ਅਸੀਂ ਵਰਕ ਕੀਤਾ ਹੈ, ਅਸੀਂ ਮਿਹਨਤ ਕੀਤੀ ਹੈ ਬਰਾਬਰ ਦੀ, ਅਸੀਂ ਸਮਾਂ ਸ਼ਕਤੀ ਬਰਾਬਰ ਦੀ ਲਾਈ ਹੈ, ਉਹਨਾਂ ਦੀ ਪੈਸਾ ਵੀ ਕੋਲੋਂ ਲਾਇਆ, ਕੋਈ ਉਹਨਾਂ ਤੋਂ ਜਿਹੜੇ ਨੌਜਵਾਨ ਜਾਂ ਕਿਸਾਨ ਅੰਦਰ ਗਏ ਉਹਨਾਂ ਤੋਂ ਪੈਸਾ ਨਹੀਂ ਲਿਆ ਕੋਈ ਵੀ, ਫਿਰ ਸਾਨੂੰ ਰਿਹਾਈ ਮੌਕੇ ਵੀ ਹਾਜ਼ਰੀ ਲਵਾਉਣੀ ਚਾਹੀਦੀ ਹੈ। ਤੁਹਾਡਾ ਜਿਹੜਾ ਸੁਝਾਅ ਠੀਕ ਹੈ, ਇਹ ਪਹਿਲਾਂ ਕਮੀ ਰਹੀ ਹੈ, ਇਹਨੂੰ ਕਮੀ ਨੂੰ ਦੂਰ ਕਰਾਂਗੇ ਜੀ ਅਸੀਂ। ਤਾਂ ਅਸੀਂ ਦੇਖਦੇ ਕਿ ਜਦੋਂ ਬੇਲ ਕਰਵਾਉਂਦੇ ਨੇ ਤਾਂ ਕਮ ਸੇ ਕਮ 50,000 ਤੱਕ ਖਰਚਾ ਆ ਜਾਂਦਾ ਉੱਥੇ, ਕਿਉਂਕਿ ਪੁਲਿਸ ਤਾਂ ਕਿਸੇ ਦੀ ਬੰਨੀ ਨਹੀਂ ਹੋਈ, ਉਹਨਾਂ ਨੇ ਤਾਂ ਆਪਣੇ ਪੈਸੇ ਲੈਣੇ ਹਨਾ ਜਦੋਂ ਵੀ ਛੱਡਣ ਵਾਸਤੇ, ਕਿਉਂਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਉਹ ਜਿਹੜਾ ਪੈਸਾ ਉਹ ਆਪਣੀ ਕਿਸਾਨੀ ਅੰਦੋਲਨ ਵੱਲੋਂ ਲਾਇਆ ਜਾ ਰਿਹਾ, ਜਿਹੜਾ ਸਾਰਾ ਟੋਟਲ ਪੈਸਾ ਉਹਨਾਂ ਦਾ। ਪਹਿਲੀ ਗੱਲ ਤਾਂ ਕੁਝ ਵਕੀਲਾਂ ਨੇ ਤਾਂ ਆਪਣੀਆਂ ਫ੍ਰੀ ਸੇਵਾਵਾਂ ਦਿੱਤੀਆਂ ਨੇ, ਕੁਝ ਜਿਹੜੇ ਵਕੀਲਾਂ ਨੇ ਤਜਰਬੇਕਾਰ ਵਕੀਲ ਹੈ ਜਿਹੜੇ ਪੁਰਾਣੇ ਲਾ ਦਾ ਜਿਨ੍ਹਾਂ ਤੇ ਪੂਰੀ ਜਿਨ੍ਹਾਂ ਨੂੰ ਅਨੁਭਵ ਹੈ ਪਕੜਿਆ ਜਿਨ੍ਹਾਂ ਦੇ, ਉਹਨਾਂ ਨੂੰ ਅਸੀਂ ਮਤਲਬ ਜੇ ਮੰਗਿਆ ਵੀ ਹੈਗਾ ਤਾਂ ਅਸੀਂ ਫੈਸਲਾ ਕੀਤਾ ਵੀ ਉਹਨਾਂ ਨੂੰ ਫੀਸ ਵੀ ਦੇਵਾਂਗੇ। ਇਦੋਂ ਬਿਨਾਂ ਹੋਰ ਜਿਹੜਾ ਕੋਈ ਟਿਕਟਾਂ ਦਾ ਕਾਗਜ਼ ਪੱਤਰਾਂ ਦਾ ਜਿਹੜਾ ਖਰਚਾ ਸਾਰਾ ਕੁਝ ਜਾਂ ਇੱਥੋਂ ਤੱਕ ਕਰਕੇ ਜਿਹੜੀ ਜੇਲ੍ਹ ਦੇ ਵਿੱਚ ਉਹਨਾਂ ਦਾ ਜਿਹੜੇ ਬੰਦੀ ਹੈ, ਜੇਲ੍ਹ ਬੰਦੀ ਨਾ ਕਹਿ ਲਓ ਵੀ ਜਿਹੜੇ ਆਪਣਾ ਕੱਚੀ ਹਵਾਲਾਤੀ ਕਹਿ ਦਿੰਦੇ ਉਹਨਾਂ ਚਿਰ ਜਿੰਨਾ ਚਿਰ ਉਹਨਾਂ ਨੂੰ ਸਜ਼ਾ ਨਾ ਹੋਈ ਹੋਵੇ, ਹਵਾਲਾਤੀ ਦੇ ਤੌਰ ਤੇ ਜਿੰਨਾ ਚਿਰ ਉਹਨਾਂ ਨੇ ਜੇਲ੍ਹ 'ਚ ਕੱਟਿਆ ਉਹਦੇ ਦੌਰਾਨ ਉਹ ਜਿਹੜਾ ਖਰਚਾ ਹੈਗਾ ਉਹਨਾਂ ਦਾ, ਉਹ ਤਾਂ ਭਾਵੇਂ ਜੇਲ੍ਹ ਕਰਦੇ ਆ ਪਰ ਫਿਰ ਵੀ ਕੁਝ ਲੋੜਾਂ ਉਹਨਾਂ ਦੀਆਂ ਹੁੰਦੀਆਂ ਜਿਹੜੀਆਂ ਕੰਟੀਨ ਤੋਂ ਲੈਣੀਆਂ ਪੈਂਦੀਆਂ ਨੇ, ਉਹਨਾਂ ਦਾ ਅਸੀਂ ਹਰੇਕ ਜਿਹੜਾ ਹਵਾਲਾਤੀ ਹੈਗਾ ਕਿਸਾਨ ਹੈ ਸਾਡਾ, ਉਹਦੀ ਜਾਂ ਨੌਜਵਾਨ ਹੈ ਉਹਦੀ ਖਾਤਰ ਅਸੀਂ ਜੇਲ੍ਹ ਦੇ ਵਿੱਚ ਵੀ ਪੈਸਾ ਭੇਜਿਆ, ਤੇ ਜਿਹੜੀ ਲੀਗਲ ਫਾਈਟ ਤੇ ਜਿੰਨਾ ਵੀ ਖਰਚ ਹੋਇਆ ਉਹ ਸਾਡਾ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਰਨ ਦਾ ਕੀਤਾ ਫੈਸਲਾ ਤੇ ਕਰ ਰਹੇ ਹਾਂ। ਮਤਲਬ ਕਿ ਹੁਣ ਤੱਕ ਜਿੰਨੀਆਂ ਵੀ ਰਿਹਾਈਆਂ ਹੋਈਆਂ ਤੁਹਾਡੇ ਵੱਲੋਂ ਉਹ ਰਿਹਾਈਆਂ ਕਰਵਾਈਆਂ ਗਈਆਂ ਨੇ ਬਾਕਾਇਦਾ ਉਤਨਾ, ਤੇ ਜਿੰਨਾ ਵੀ ਚਾਰਜ ਲੱਗਿਆ ਹੈਗਾ ਸਾਰਾ? ਬਿਲਕੁਲ ਜੀ, ਇਹ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ, ਸਾਰੇ ਦਾ ਸਾਰਾ ਜਿਹੜੀਆਂ ਉਹਨਾਂ ਦੇ ਰਿਹਾਈਆਂ ਤੇ ਜਿਹੜਾ ਜਿੰਨੇ ਵੀ ਹੈਗੇ ਆ ਉਹ ਸਿਰਸਾ ਜੀ ਜਿਹੜੇ ਕਿ ਖੁਦ ਮੀਡੀਆ ਦੇ ਸਾਹਮਣੇ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਆਪਣਾ ਇੱਕ ਪੈਨਲ ਬਣਾਇਆ ਵਕੀਲਾਂ ਦਾ, ਆਪਾਂ ਆਪਣੇ ਵੱਲੋਂ ਜਿਸ ਤਰ੍ਹਾਂ ਨੌਜਵਾਨਾਂ ਦੀ ਰਿਹਾਈ ਹੁੰਦੀ ਆ ਉਸ ਮੌਕੇ ਵੀ ਉੱਥੇ ਮੌਜੂਦ ਹੁੰਦੇ ਨੇ। ਤੁਹਾਨੂੰ ਲੱਗਦਾ ਕਿ ਪਬਲਿਸਿਟੀ ਕਰ ਰਹੇ ਨੇ? ਨਹੀਂ, ਐ ਨਹੀਂ ਵੀ ਉਹਨਾਂ ਦਾ ਕੋਆਪਰੇਸ਼ਨ ਉਹਨਾਂ ਦਾ ਵੀ ਹੈਗਾ, ਉਹਨਾਂ ਨੇ ਵੀ ਵਰਕ ਕੀਤਾ, ਉਹਨਾਂ ਨੇ ਆਪਾਂ ਐਨੇ ਕਹਿੰਦੇ ਵੀ ਹੁਣ ਵਿਰੋਧੀ ਪਾਰਟੀ 'ਚ ਹੈਗਾ ਤਾਂ ਉਹਨਾਂ ਦਾ ਜਿਹੜਾ ਵਰਕ ਕੀਤਾ ਉਹਨੂੰ ਮੇਸਦੇ, ਉਹਨਾਂ ਨੇ ਆਪਣੇ ਵਕੀਲਾਂ ਦਾ ਪੈਨਲ ਵੀ ਬਣਾਇਆ, ਉਹਨਾਂ ਨੇ ਸਾਰੀਆਂ FIR ਕਢਾਈਆਂ ਨੇ, FIR ਕਢਾ ਕੇ ਸਾਰਾ ਜਿਹੜਾ ਹੋਰ ਹੈ ਕਿੱਥੇ ਕਿੱਥੇ ਕਿਸਾਨ ਹੈਗੇ ਨੇ, ਕਿਹੜੀਆਂ ਕਿਹੜੀਆਂ ਜੇਲ੍ਹਾਂ 'ਚ ਹੈਗੇ, ਕਈ ਕਿੰਨਾ ਸਮਾਂ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਕਿੱਥੇ ਹੈਗੇ ਆ, ਤਾਂ ਕਿ ਜਿਹੜੇ ਪਰਿਵਾਰ ਹੈ ਮੁਲਾਕਾਤ ਵੀ ਨਹੀਂ ਕਰ ਸਕਦੇ ਸੀਗੇ, ਉਹ ਸਾਰੀਆਂ ਲਿਸਟਾਂ ਵਗੈਰਾ ਕਢਾਈਆਂ ਨੇ, ਉਹਨਾਂ ਦੀਆਂ FIR ਵਗੈਰਾ ਕਢਾਈਆਂ ਨੇ, ਉਹਨਾਂ ਨੇ ਵਰਕ ਕੀਤਾ, ਕੋਆਪਰੇਟ ਕਰ ਰਹੇ ਆ ਉਹ। ਲਿਸਟ ਤੁਹਾਡੇ ਕੋਲ ਪਹੁੰਚੀ ਹੈ ਵੀ ਕਿੰਨੇ ਨੌਜਵਾਨ ਜਿਹੜੇ ਰਿਹਾ ਹੋ ਚੁੱਕੇ ਨੇ? ਸਾਡੇ ਹਿਸਾਬ ਨਾਲ ਹੁਣ ਤਾਂ ਕੁੱਲ ਜਿੰਨੀਆਂ 122 ਸੀਗੇ, ਫਿਰ 132 ਹੋ ਗਏ ਸੀਗੇ, ਹੋਰ ਹੋ ਸਕਦੇ ਆ। ਜਿਹੜੇ ਰਿਹਾ ਹੋਏ ਨੇ, ਜਿਹੜੇ ਲਗਾਤਾਰ ਅਸੀਂ ਦੇਖ ਰਹੇ, ਕੋਈ ਕੱਲ ਹਜੇ 13 ਆਏ ਨੇ, ਉਸ ਤੋਂ ਪਹਿਲਾਂ 3, ਮਤਲਬ ਕਿ ਕੋਈ ਲਿਸਟ ਤੁਹਾਡੇ ਕੋਲ ਪੂਰੀ ਆ ਚੁੱਕੀ ਹੁਣ? ਜਿਹੜੇ ਕੱਲ 9 ਆ ਗਏ ਸੀਗੇ, 22 ਦੇ ਸੀਗੇ ਤੇ 13 ਦੇ ਜਿਹੜੇ ਆਰਡਰ ਹੋ ਗਏ ਸੀਗੇ ਉਹਨਾਂ ਦੀ ਅੱਜ ਬੇਲ ਭਰੀ ਜਾਊਗੀ, ਕਿਉਂਕਿ ਆਰਡਰ ਕੱਲ ਹੋ ਗਏ। ਜਿਹੜੀ ਉਹਦੀ ਜ਼ਮਾਨਤ ਭਰਨੀ ਆ, ਉਹਦਾ ਜ਼ਮਾਨਤ ਦਾ ਵੀ ਹੈਗਾ ਵੀ ਜ਼ਮਾਨਤ ਕੇ ਨੂੰ ਬੇਲ ਇੱਥੇ ਆਪਦਾ ਇੱਕ ਤਾਂ ਹੁੰਦਾ ਤੁਸੀਂ ਆਪਦੇ RC ਦੀ ਦੇਤੀ, ਕੋਈ ਗੱਡੀ ਦੇ ਨੰਬਰ ਦੇਤੇ ਜਾਂ ਆਪਦਾ ਕੋਈ ਜ਼ਮੀਨ ਦੇ ਨੰਬਰ ਦੇਤੇ, ਉਹ ਲੰਬਾ ਪ੍ਰੋਸੈਸ ਹੈ, ਫਿਰ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਂਦੇ ਆ ਉਹ ਵੀ ਹਾਂ ਇਹ ਜ਼ਮੀਨ ਦੀ ਇੰਨੀ ਕੀਮਤ ਹੈਗੀ 50,000 ਕਿ ਹੈ ਨਹੀਂ, ਉਹ ਇਸ ਕਰਕੇ ਉਹਨਾਂ ਦੇ ਦੂਜਾ ਹੈਗਾ ਵੀ ਤੁਸੀਂ ਸਿੱਧੀ FD ਕਰਾ ਦਿਓ 50,000 ਦੀ FD ਦੀ, ਤੁਸੀਂ ਜਦੋਂ ਉਹਦੇ ਬੈਂਕ 'ਚੋਂ ਲੈ ਕੇ ਉਹਦੀ ਜਿਹੜੀ ਤੁਹਾਨੂੰ ਸਲਿੱਪ ਦੇਣਗੇ ਬੈਂਕ ਵਾਲੇ, ਉਹ ਤੁਸੀਂ ਉੱਥੇ ਰੱਖ ਦਿਓ ਵੀ ਆ ਮੇਰੀ FD ਹੈਗਾ, ਮੈਂ ਮਾਲਕ ਇੰਨੇ ਦਾ,
ਤਾਂ ਉਹ ਕਰਾਉਣ ਦੀ ਖਾਤਰ 1 ਦਿਨ ਲੱਗ ਜਾਂਦਾ। ਇਹਦਾ ਮਤਲਬ ਜਿੰਨਾ 13 ਦੀ ਕੱਲ ਉਹਨਾਂ ਨੇ ਆਰਡਰ ਹੋਏ ਹੋਣਗੇ ਜ਼ਮਾਨਤ ਦੇ ਮਨਜ਼ੂਰ, ਉਹਨਾਂ ਦੀ ਅੱਜ ਐਫਡੀ ਵਗੈਰਾ ਕਰਾ ਕੇ ਉਹਨਾਂ ਦੀ ਜਿਹੜੀ 50,000 ਦੀ ਬਾਉਂਡ ਆ, ਜਿਹੜੀ ਜ਼ਮਾਨਤ ਹੈ ਜਾਤੀ ਚੱਲ ਕੇ, ਤੇ ਉਹ ਦਿੱਤੀ ਜਾਊਗੀ ਤੇ ਅੱਜ ਸ਼ਾਮ ਤੱਕ ਹੀ ਹੋ ਜੂਗੀ। ਤੁਸੀਂ ਬੈਠਕ ਕਰਦੇ ਹੋ ਨਾ ਜੀ? ਕੁੱਲ ਮਿਲਾ ਕੇ ਜਿਹੜਾ ਤੁਸੀਂ ਸਵਾਲ ਪੁੱਛਿਆ ਸੀਗਾ ਵੀ ਕਿੰਨੇ ਕੁ, ਸਾਡੇ ਹਿਸਾਬ ਨਾਲ 132 ਤੱਕ ਸੀ ਕੱਲ ਤੱਕ। 132 ਚੋਂ ਮੈਨੂੰ ਨਹੀਂ ਲੱਗਦਾ ਵੀ 100 ਤੋਂ ਉੱਪਰ ਹੋਗੀ, ਜਿਹੜੀ ਥੋੜੇ ਮੇਰੇ ਹਿਸਾਬ ਨਾਲ। ਪੱਕੀ ਲਿਸਟ ਤੁਹਾਡੇ ਕੋਲੇ ਅਜੇ ਤੱਕ ਨਹੀਂ ਪਹੁੰਚੀ, ਤੁਸੀਂ ਬੈਠਕ ਕਰ ਰਹੇ ਹੋ, ਬੈਠਕ ਦੇ ਵਿੱਚ ਉਹ ਤੁਹਾਨੂੰ ਜਿਹੜੇ ਰਿਹਾਈ ਹੋ ਚੁੱਕੀ ਹੈ ਨਾ ਉਹਨਾਂ ਦੇ ਨੌਜਵਾਨਾਂ ਦੀ ਤੁਹਾਨੂੰ ਲੱਗਦਾ ਨਹੀਂ ਕਿ ਲਿਸਟ ਜ਼ਾਹਰ ਕਰ ਦੇਣੀ? ਸਾਡੇ ਕੋਲੇ ਜੀ ਦੇਖੋ, ਸਾਡੇ ਕੋਲੇ ਵੇਖੋ, ਅਸੀਂ ਤਾਂ ਇਹ ਵਰਕ ਜਿਹੜੇ ਬੰਦੇ ਵਰਕ ਕਰ ਰਹੇ ਨੇ, ਜਿਨ੍ਹਾਂ ਦੀ ਡਿਊਟੀ ਇਲੀਗਲ ਆ, ਸਾਡਾ ਜਿਹੜੇ ਵਕੀਲ ਬਣਾਏ ਹੋਏ ਨੇ ਉਹਨਾਂ ਕੋਲੇ ਹੈਗੀ ਹੈ ਲਿਸਟ, ਉਹਨਾਂ ਨੂੰ ਤੁਸੀਂ ਮਿਲ ਲਓ, ਉਹਨਾਂ ਤੋਂ ਲਿਸਟ ਵੀ ਮਿਲ ਜੂਗੀ। ਕੁੱਲ ਕਿੰਨੇ ਗ੍ਰਿਫਤਾਰ ਨੇ, ਕਿਹੜੀ ਜੇਲ੍ਹ 'ਚ ਨੇ, ਕਿੰਨਿਆਂ ਦੀ ਰਿਹਾਈ ਹੋ ਗਈ, ਕਿੰਨਿਆਂ ਦੇ ਆਰਡਰ ਹੋ ਗਏ ਰਿਹਾਈ ਦੇ, ਕਿੰਨੇ ਅਜੇ ਤੱਕ ਜਿਨ੍ਹਾਂ ਦੀ ਜ਼ਮਾਨਤ ਲਾਈ ਹੋਈ ਆ, ਜੇ ਨਹੀਂ ਆਰਡਰ ਹੋਏ, ਉਹ ਸਾਰੇ ਉਹਨਾਂ ਕੋਲੇ ਲਿਸਟ ਹੈਗੀ ਹੈ, ਉਹ ਦੇ ਵੀ ਸਕਦੇ ਆ। ਠੀਕ ਹੈ, ਇਹਨੂੰ ਪ੍ਰੈਸ ਨੂੰ ਵੀ ਦਿੱਤੀ ਜਾ ਸਕਦੀ ਹੈ, ਸਾਰੀ ਦੀ ਸਾਰੀ ਲਿਸਟ ਉਹ ਮੀਡੀਆ ਨੂੰ ਵੀ ਦੱਸੀ ਜਾ ਸਕਦੀ ਹੈ, ਪਰ ਉਹ ਵਕੀਲਾਂ ਕੋਲੇ ਲਿਸਟ ਹੈਗੀ ਆ ਸਾਰਿਆਂ ਕੋਲੇ। ਜੀ ਬਹੁਤ ਬਹੁਤ ਧੰਨਵਾਦ। ਜਾਂਦੇ ਕੋਈ ਮੈਸੇਜ ਦੇਣਾ ਚਾਹੋਗੇ? ਮੈਸੇਜ ਤਾਂ ਇਹੀ ਦੇਣਾ ਚਾਹਾਂਗੇ, ਤੁਸੀਂ ਪੰਜਾਬੀ ਮੀਡੀਆ ਨੇ, ਦੂਜਾ ਮੀਡੀਆ ਤਾਂ ਜਿਹੜਾ ਨੈਸ਼ਨਲ ਮੀਡੀਆ ਤਾਂ ਬਹੁਤ ਪਹਿਲੇ ਹੀ ਘੱਟ ਸਪੋਰਟ ਕਰਦਾ ਸੀਗਾ, ਹੁਣ ਤਾਂ ਸਾਨੂੰ ਕਿਤੇ ਇੱਥੇ ਉਹਨਾਂ ਦੀ ਹਾਜ਼ਰੀ ਵੀ ਨਹੀਂ ਦਿਸੀ। ਉਹ ਪਤਾ ਨਹੀਂ ਉਹਨਾਂ ਨੇ ਇਹ ਸਮਝ ਲਿਆ ਹੋਵੇ ਵੀ ਇਹ ਦੂਜਾ ਆਪਣਾ ਤਲਕ ਨਹੀਂ ਇਹਦੇ ਨਾਲ ਕੋਈ, ਪਰ ਤੁਸੀਂ ਜਿੰਨਾ ਪੰਜਾਬੀ ਮੀਡੀਆ ਵਾਲਿਆਂ ਨੇ ਤੁਸੀਂ ਸਾਡੂ ਕਵਰੇਜ ਕਰ ਰਹੇ ਹੋ ਤੁਸੀਂ, ਤੇ ਇਹਦਾ ਤੁਹਾਡਾ ਧੰਨਵਾਦ ਵੀ ਹੈ। ਤੇ ਨਾਲ ਵੀ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਇਹ ਮੈਚ ਹੈ, ਜਦੋਂ ਇਹ ਮੈਚ ਅਸੀਂ ਤਾਂ ਮੈਚ ਦੀ ਤਰ੍ਹਾਂ ਲੜਦੇ ਆ ਇਹਨੂੰ, ਬਿਲਕੁਲ ਜਿਵੇਂ ਇੱਕ ਵਿਰੋਧੀ ਟੀਮ ਨਾਲ ਲੜਨਾ ਹੁੰਦਾ। ਇੱਕ ਪਾਸੇ ਕਿਸਾਨਾਂ ਦਾ ਸੰਯੁਕਤ ਕਿਸਾਨ ਮੋਰਚੇ ਦੀ ਟੀਮ ਹੈ, ਇੱਕ ਪਾਸੇ ਮੋਦੀ ਦੀ ਟੀਮ ਹੈ, ਤੇ ਅਸੀਂ ਜਿਹੜਾ ਹੈਗਾ ਵੀ ਮੈਚ ਦੇ ਵਿੱਚ ਇਕੱਲੀਆਂ ਤਾੜੀਆਂ ਨਾ ਮਾਰਨ, ਤੇ ਜਦੋਂ ਕੋਈ ਵਿਕਟ ਡਿੱਗਦਾ ਜਾਂ ਕੋਈ ਛੱਕਾ ਚੌਕਾ ਲੱਗਦਾ ਤੇ ਨਾਲ ਉਹ ਮੈਦਾਨ ਦੇ ਵਿੱਚ ਆ ਕੇ ਵੀ ਨਾਲ ਖੇਡਣ ਵੀ ਉਹ। ਹਾਂਜੀ, ਧੰਨਵਾਦ। ਸੋ ਦਰਸ਼ਕੋ, ਹਰ ਇੱਕ ਦੇ ਮਨ ਦੇ ਵਿੱਚ ਇਹ ਜ਼ਿਹਨ ਦੇ ਵਿੱਚ ਇੱਕ ਗੱਲ ਆਉਂਦੀ ਸੀਗੀ ਕਿ ਅਗਰ ਨੌਜਵਾਨਾਂ ਦੀ ਰਿਹਾਈ ਹੋ ਰਹੀ ਹੈ ਤਾਂ ਮਨਜਿੰਦਰ ਸਿੰਘ ਸਿਰਸਾ ਹੀ ਹੁੰਦੇ ਨੇ, ਉਹਨਾਂ ਦੇ ਵਕੀਲ ਹੁੰਦੇ ਨੇ। ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਕੋਈ ਵਕੀਲ ਜੋ ਤੈਅ ਕੀਤੇ ਨੇ, ਪੈਨਲ ਬਣਾਇਆ ਨੇ, ਉਹ ਕਿਉਂ ਨਹੀਂ ਜ਼ਾਹਰ ਹੁੰਦੇ? ਪਰ ਅੱਜ ਤੁਸੀਂ ਦੇਖਿਆ ਕਿ ਸੁਰਜੀਤ ਸਿੰਘ ਫੋਲ ਜੀ ਦਾ ਕਹਿਣਾ ਹੈਗਾ ਕਿ ਅਸੀਂ ਉੱਥੇ ਨੌਜਵਾਨਾਂ ਨੂੰ ਰਿਹਾਈ ਵਾਸਤੇ ਪੈਸਾ ਵੀ ਲਾ ਰਹੇ ਹਾਂ ਤਾਂ ਉਹ ਵਕੀਲਾਂ ਦੀ ਟੀਮ ਵੀ ਭੇਜ ਰਹੇ ਆ ਜੋ ਇੱਕ ਲੀਗਲ ਪ੍ਰੋਸੈਸ ਤਿਆਰ ਕਰਕੇ ਉਹਨਾਂ ਨੂੰ ਬਾਹਰ ਕੱਢ ਰਹੀ ਹੈ। ਸੋ ਬਣੇ ਰਹੋ ਪੰਜਾਬ ਨਿਊਜ਼ ਦੇ ਨਾਲ। ਧੰਨਵਾਦ।